ਸਾਧ ਸੰਗਤ ਜੀ, ਗੁਰੂ ਸਾਧ ਸੰਗਤ ਜੀ, ਵੇ ਸੰਗਤ ਹਰ ਪਰ ਵਸੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਓ ਹੁਣ ਅਸੀਂ ਵਾਹਿਗੁਰੂ ਜਾਪ ਕਰਕੇ ਆਪਣਾ ਜਨਮ ਸਫਲਾ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਓ ਅਸੀਂ ਭਗਤ ਰਵਿਦਾਸ ਜੀ ਦੇ ਜਨਮ ਦੇ ਉੱਤੇ ਝੱਕ ਮਾਰੀਏ। ਉਹਨਾਂ ਨੇ ਕੀ ਪਰ ਕੀਤੇ, ਕੀ ਨਾਮ ਬਣ ਜਪ ਕੇ ਆਪਾਂ ਦੁਨੀਆ ਨੂੰ ਦੱਸਿਆ ਕਿ ਇਹੋ ਹੀ ਰਸਤਾ ਇੱਕ ਪਰਮਾਤਮਾ ਦੀ ਭਗਤੀ ਦਾ ਹੈ। ਭਗਤ ਰਵਿਦਾਸ ਜੀ ਮੱਧਕਾਲੀਨ ਭਗਤਾਂ ਦੇ ਉਹਨਾਂ ਮਹਾਂਪੁਰਸ਼ਾਂ ਵਿੱਚੋਂ ਹਨ ਜਿਨ੍ਹਾਂ ਨੇ ਸਮਾਜ ਕਲਿਆਣ ਅਤੇ ਕਰਮ ਕਾਂਡਾਂ ਦੇ ਖਾਤਮੇ ਲਈ ਵਿਸ਼ੇਸ਼ ਯੋਗਦਾਨ ਪਾਇਆ। ਆਪ ਜੀ ਨੇ ਕੱਟੜਪੰਥੀ ਪੁਜਾਰੀਆਂ ਅਤੇ ਬਾਦਸ਼ਾਹਾਂ ਨੂੰ ਆਪਣੀ ਪ੍ਰਭੂ ਭਗਤੀ ਅਤੇ ਪਵਿੱਤਰ ਜੀਵਨ ਰਾਹੀਂ ਅਜਿਹਾ ਪ੍ਰਭਾਵਿਤ ਕੀਤਾ ਕਿ ਉਹਨਾਂ ਨੂੰ ਆਪ ਜੀ ਦੇ ਸਿਧਾਂਤਾਂ ਅਤੇ ਉਪਦੇਸ਼ਾਂ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ। ਆਪ ਜੀ ਦਾ ਜਨਮ ਸੰਨ 1377 ਈਸਵੀ ਨੂੰ ਬਨਾਰਸ ਦੇ ਲਾਗੇ ਸੀਰ ਗੋਵਰਧਨਪੁਰ ਨਗਰ ਵਿੱਚ ਹੋਇਆ ਮੰਨਿਆ ਜਾਂਦਾ ਹੈ, ਜਿੱਥੇ ਆਪ ਜੀ ਦੀ ਯਾਦ ਵਿੱਚ ਬਹੁਤ ਹੀ ਆਲੀਸ਼ਾਨ ਮੰਦਰ ਵੀ ਸ਼ੋਭਿਤ ਹੈ। ਆਪ ਜੀ ਦੇ ਮਾਤਾ ਪਿਤਾ ਜੀ ਬਾਰੇ ਪ੍ਰਾਪਤ ਸਾਰੇ ਸਰੋਤਾਂ ਵਿੱਚ ਮਤਭੇਦ ਹਨ, ਪਰ ਬਹੁਤੇ ਸਰੋਤਾਂ ਵਿੱਚ ਆਪ ਜੀ ਦੇ ਪਿਤਾ ਜੀ ਦਾ ਨਾਮ ਰਘੂ ਜੀ ਅਤੇ ਮਾਤਾ ਜੀ ਦਾ ਨਾਮ ਤੁਰਬਣੀਆ ਵਰਣਨ ਕੀਤਾ ਗਿਆ ਜਾਂਦਾ ਹੈ। ਤੁਰਬਣੀਆ ਵਰਣਨ ਕੀਤਾ ਮਿਲਦਾ ਹੈ। ਆਪ ਜੀ ਦੇ ਚਲਾਣੇ ਦੀ ਤਾਰੀਖ ਬਾਰੇ ਵੀ ਸਾਰੇ ਵਿਦਵਾਨ ਇੱਕ ਮਤਭੇਦ ਨਹੀਂ ਹਨ। ਪਰ ਬਹੁਤਾਤ ਵਿੱਚ ਪਰਮਾਤਮਾ ਜਾਣਕਾਰੀ ਅਨੁਸਾਰ ਆਪ ਜੀ ਨੇ ਬਹੁਤ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਆਪ ਜੀ ਨੇ ਲਗਭਗ 115 ਸਾਲਾਂ ਦੀ ਲੰਬੀ ਉਮਰ ਭੋਗ ਕੇ 1491 ਈਸਵੀ ਵਿੱਚ ਅਕਾਲ ਚਲਾਣਾ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਵਿਦਾਸ ਧਿਆਏ ਪ੍ਰਭੂ ਅਨੂਪ ਫਰਮਾ ਕੇ ਭਗਤ ਰਵਿਦਾਸ ਜੀ ਦੀ ਉਪਮਾ ਕੀਤੀ ਹੈ ਅਤੇ ਉਹਨਾਂ ਦੇ ਅਨੰਨ ਪ੍ਰਭੂ ਭਗਤੀ ਹੋਣ ਦੇ ਮੋਹਰ ਲਗਾਈ ਹੈ। ਆਪ ਜੀ ਨੇ ਪਰਮਾਤਮਾ ਦੀ ਭਗਤੀ ਕਰਕੇ ਸੰਸਾਰ 'ਤੇ ਮਾਇਆ ਦੀ ਪਕੜ ਅਜਿਹੀ ਗਵਾਈ ਕਿ ਪਰਮਾਤਮਾ ਨਾਲ ਇੱਕ ਰੂਪ ਹੋ ਗਏ। ਪਰਮਾਤਮਾ ਅਤੇ ਭਗਤ ਰਵਿਦਾਸ ਜੀ ਵਿੱਚ ਕੋਈ ਭੇਦ ਨਾ ਰਹਿ ਗਿਆ। ਆਪਣੀ ਇਸ ਅਵਸਥਾ ਦਾ ਜ਼ਿਕਰ ਆਪ ਜੀ ਆਪਣੀ ਬਾਣੀ ਵਿੱਚ ਇਸ ਪ੍ਰਕਾਰ ਕਰਦੇ ਹਨ। ਤੋਹੀ ਮੋਹੀ ਤੋਹੀ ਅੰਤਰ ਕੈਸਾ, ਕਨ ਕਟਕ ਜਲ ਤਰੰਗ ਜੈਸਾ। ਭਾਈ ਗੁਰਦਾਸ ਜੀ ਭਗਤ ਰਵਿਦਾਸ ਜੀ ਬਾਰੇ ਫਰਮਾਉਂਦੇ ਹਨ ਕਿ ਮੋਤੀ ਦੀ ਕਿਰਤ ਕਰਨ ਵਾਲੇ ਭਗਤ ਰਵਿਦਾਸ ਜੀ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਏ। ਜਿਵੇਂ ਗੋਦੜੀ ਵਿੱਚ ਲਾਲ ਚਮਕਦਾ ਹੈ, ਤਿਵੇਂ ਭਗਤ ਰਵਿਦਾਸ ਜੀ ਸਾਰੇ ਸੰਸਾਰ ਵਿੱਚ ਪ੍ਰਗਟ ਹੋਏ। ਆਪਣੀ ਨਿਮਰਤਾ ਕਰਨੀ ਦੁਆਰਾ ਆਪਣੀ ਨਿਰਮਲ ਕਰਨੀ ਦੁਆਰਾ ਆਪ ਜੀ ਨੇ ਪ੍ਰਗਟਾ ਦਿੱਤਾ ਕਿ ਭਗਤੀ ਹੀ ਗਿਆਨ ਧਿਆਨ ਦੀ ਪ੍ਰਾਪਤੀ ਦਾ ਸਾਧਨ ਹੈ ਅਤੇ ਪ੍ਰੇਮਾ ਭਗਤੀ ਰਾਹੀਂ ਪ੍ਰਭੂ ਵਿੱਚ ਅਭੇਦ ਹੋ ਚੁੱਕੇ ਭਗਤਾਂ ਦੀ ਪਰਮਾਤਮਾ ਇੱਕ ਮਾਂ ਪਿਓ ਦੇ ਵਾਂਗ ਪ੍ਰਤਪਾਲਨਾ ਕਰਦਾ ਹੈ। ਚੌਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਹੇਠਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਭਗਤ ਰਵਿਦਾਸ ਜੀ ਦੇ ਜੀਵਨ ਨਾਲ ਬਹੁਤ ਹੀ ਤੱਤ ਭਰਪੂਰ ਅਤੇ ਸਿੱਖਿਆਦਾਇਕ ਘਟਨਾਵਾਂ ਜੁੜੀਆਂ ਹੋਈਆਂ ਹਨ। ਆਪ ਜੀ ਹੱਥੀਂ ਕਿਰਤ ਕਰਨ ਨੂੰ ਬੜੀ ਮਹਾਨਤਾ ਦਿੰਦੇ ਹਨ ਅਤੇ ਆਪ ਜੀ ਆਪਣੇ ਪਿਤਾ ਪੁਰਸ਼ੀ ਕਿਰਤ ਅਨੁਸਾਰ ਆਪਣੀ ਜੁੱਤੀਆਂ ਗੰਢਣ ਦੀ ਕਿਰਤ ਨੂੰ ਬੜੀ ਦ੍ਰਿੜਤਾ, ਪ੍ਰੇਮ ਅਤੇ ਉਤਸ਼ਾਹ ਨਾਲ ਕਰਿਆ ਕਰਦੇ ਸਨ ਅਤੇ ਕਦੇ ਵੀ ਇਸ ਕੰਮ ਨੂੰ ਕਰਨ ਵਿੱਚ ਹੀਨ ਭਾਵਨਾ ਮਹਿਸੂਸ ਨਾ ਕੀਤੀ। ਆਪਣੀ ਕਿਰਤ ਰਾਹੀਂ ਆਪ ਜੀ ਨੇ ਜਿੱਥੇ ਸੰਸਾਰ ਨੂੰ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ, ਉੱਥੇ ਨਾਲ ਹੀ ਇਹ ਉੱਤਮ ਸਿੱਖਿਆ ਵੀ ਦ੍ਰਿੜ ਕਰਵਾਈ ਕਿ ਕਦੇ ਵੀ ਕੋਈ ਕਿਰਤ ਚੰਗੀ ਜਾਂ ਮਾੜੀ
ਨਹੀਂ ਹੁੰਦੀ। ਬਸ ਜੋ ਵੀ ਕਿਰਤ ਕੀਤੀ ਜਾਏ ਉਹ ਇਮਾਨਦਾਰੀ ਅਤੇ ਹੱਕ ਸੱਚ ਦੀ ਹੋਣੀ ਚਾਹੀਦੀ ਹੈ, ਪਰਮਾਤਮਾ ਨੂੰ ਮਨਜ਼ੂਰ ਹੋਣੀ ਚਾਹੀਦੀ ਹੈ। ਇੱਕ ਵਾਰ ਇੱਕ ਸਾਧੂ ਆਪ ਜੀ ਨੂੰ ਇਹ ਕਹਿ ਕੇ ਇੱਕ ਪਾਸ ਦੇ ਗਿਆ ਕਿ ਤੁਸੀਂ ਇਸ ਪਾਰ ਨੂੰ ਜਿਸ ਵੀ ਲੋਹੇ ਦੀ ਵਸਤੂ ਨਾਲ ਛੁਆਓਗੇ ਉਹ ਸੋਨਾ ਬਣ ਜਾਵੇਗਾ ਅਤੇ ਤੁਹਾਡੀ ਸਾਰੀ ਗਰੀਬੀ ਖਤਮ ਹੋ ਜਾਵੇਗੀ। ਪਰ ਆਪ ਜੀ ਦੇ ਮਨਾ ਕਰਨ 'ਤੇ ਵੀ ਜਦੋਂ ਸਾਧੂ ਨੇ ਪਾਰਸ ਦੇਣ ਦੀ ਜਿੱਦ ਕੀਤੀ ਤਾਂ ਆਪ ਜੀ ਨੇ ਸਾਧੂ ਨੂੰ ਉਹ ਪਾਰਸ ਆਪਣੀ ਝੌਂਪੜੀ ਵਿੱਚ ਰੱਖ ਦੇਣ ਲਈ ਕਿਹਾ। ਲਗਭਗ 1 ਸਾਲ ਦੇ ਬਾਅਦ ਜਦੋਂ ਉਹ ਸਾਧੂ ਵਾਪਸ ਆਇਆ ਤਾਂ ਭਗਤ ਰਵਿਦਾਸ ਜੀ ਨੇ ਉਸੇ ਪਾਰਸ ਬਾਰੇ ਪੁੱਛਿਆ ਤਾਂ ਭਗਤ ਜੀ ਨੇ ਅੱਗੋਂ ਜਵਾਬ ਦਿੱਤਾ, ਮਹਾਤਮਾ ਜੀ ਜਿੱਥੇ ਤੁਸੀਂ ਰਹਿ ਗਏ ਸੀ ਜਾ ਕੇ ਦੇਖ ਲਓ, ਉੱਥੇ ਹੀ ਪਿਆ ਹੋਵੇਗਾ। ਸਾਧੂ ਨੂੰ ਉਹ ਪਾਰਸ ਉੱਥੇ ਹੀ ਪਿਆ ਮਿਲਿਆ ਜਿੱਥੇ ਜਿਵੇਂ ਉਹ ਰਹਿ ਗਿਆ ਸੀ। ਸੋ ਇਸ ਘਟਨਾ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਜੀ ਮਾਇਆ ਦੇ ਮੋਹ ਤੋਂ ਕਿੰਨਾ ਉੱਪਰ ਉੱਠ ਚੁੱਕੇ ਸਨ ਅਤੇ ਧਰਮ ਦੀ ਕਿਰਤ ਨੂੰ ਕਿੰਨੀ ਮਹਾਨਤਾ ਦਿੰਦੇ ਸਨ। ਸ਼ਰਧਾ, ਪ੍ਰੇਮ ਅਤੇ ਧਰਮ ਦੀ ਕਿਰਤ ਬਾਰੇ ਬੜੀ ਪਿਆਰੀ ਇੱਕ ਹੋਰ ਘਟਨਾ ਆਪ ਜੀ ਦੇ ਜੀਵਨ 'ਚ ਆਉਂਦੀ ਹੈ। ਇੱਕ ਵਾਰ ਇੱਕ ਪੰਡਿਤ ਆਪ ਜੀ ਤੋਂ ਆਪਣੀ ਜੁੱਤੀ ਗੁੜਵਾਉਂਦਾ ਹੈ ਅਤੇ ਜਦੋਂ ਉਹ ਪੈਸੇ ਦੇਣ ਲੱਗਦਾ ਹੈ ਤਾਂ ਭਗਤ ਜੀ ਉਸ ਨੂੰ ਪੁੱਛਦੇ ਹਨ, ਪੰਡਿਤ ਜੀ ਕਿੱਥੇ ਜਾ ਰਹੇ ਹੋ? ਪੰਡਿਤ ਨੇ ਅੱਗੋਂ ਕਿਹਾ ਕਿ ਉਹ ਗੰਗਾ ਦੀ ਯਾਤਰਾ 'ਤੇ ਜਾ ਰਿਹਾ ਹੈ। ਆਪ ਜੀ ਨੇ ਪੰਡਿਤ ਨੂੰ ਕਿਹਾ ਕਿ ਉਹ ਉਸ ਦੀ ਬਣਦੀ ਇੱਕ ਅਠਾਨੀ ਮਜ਼ਦੂਰੀ ਗੰਗਾ ਮਾਂ ਨੂੰ ਭੇਟ ਕਰਦੇ ਹਨ, ਉਹਨਾਂ ਨੂੰ ਕਰ ਦੇਣ। ਪਰ ਨਾਲ ਹੀ ਪੰਡਿਤ ਨੂੰ ਕਹਿ ਦਿੱਤਾ, ਪੰਡਿਤ ਜੀ ਮੇਰੀ ਭੇਟਾ ਗੰਗਾ ਮਾਂ ਨੂੰ ਤਾਂ ਹੀ ਦੇਣਾ ਜੇ ਗੰਗਾ ਮਾਂ ਆਪ ਹੱਥ ਕਰਕੇ ਮੰਗੇ। ਪੰਡਿਤ ਮਨ ਸੋਚਣ ਲੱਗਾ ਕਿ ਕੈਸਾ ਮੂਰਖ ਹੈ ਇਹ, ਕਿ ਗੰਗਾ ਵੀ ਹੱਥ ਕਰਕੇ ਭੇਟਾ ਮੰਗਦੀ ਹੈ। ਪੰਡਿਤ ਨੇ ਗੰਗਾ ਕਿਨਾਰੇ ਪਹੁੰਚ ਜਦੋਂ ਇਸ਼ਨਾਨ ਕੀਤਾ ਤਾਂ ਉਸ ਨੂੰ ਭਗਤ ਰਵਿਦਾਸ ਜੀ ਦੀ ਭੇਟਾ ਬਾਰੇ ਯਾਦ ਆਇਆ। ਇੱਕ ਵਾਰ ਤਾਂ ਉਹ ਲੋਕਾਂ ਨੂੰ ਗੰਗਾ ਵਿੱਚ ਸੋਨੇ ਚਾਂਦੀ ਦੇ ਕੀਮਤੀ ਗਹਿਣੇ ਦਾਨ ਕਰਦਾ ਦੇਖ ਕੇ ਝੱਕ ਗਿਆ ਅਤੇ ਕਿ ਜਿੱਥੇ ਲੋਕ ਗੰਗਾ ਮਾਂ ਨੂੰ ਇੰਨੇ ਕੀਮਤੀ ਦਾਨ ਦੇ ਰਹੇ ਹਨ ਉੱਥੇ ਰਵਿਦਾਸ ਦੀ ਇੱਕ ਅਠਾਨੀ ਦਾ ਕੀ ਮੁੱਲ ਹੈ। ਔਰ ਫਿਰ ਇਹ ਸੋਚ ਕੇ ਕਿ ਰਵਿਦਾਸ ਦੇ ਕਹੇ ਅਨੁਸਾਰ ਇੱਕ ਵਾਰ ਕਰ ਲੈਣ ਵਿੱਚ ਹੀ ਕੀ ਹਰਜ਼ ਹੈ, ਉਹ ਗੰਗਾ ਵੱਲ ਨੂੰ ਮੂੰਹ ਕਰਕੇ ਕਹਿਣ ਲੱਗਾ, ਗੰਗਾ ਮਈਆ ਤੇਰੇ ਇੱਕ ਭਗਤ ਨੇ ਇੱਕ ਅਠਾਨੀ ਭੇਜੀ ਹੈ, ਪਰ ਉਸ ਨੇ ਉਹ ਕਹੇ ਅਨੁਸਾਰ ਮੈਂ ਇਹ ਭੇਟਾ ਦੇਵਾਂਗਾ ਤਾਂ ਹੀ ਜੇ ਤੁਸੀਂ ਹੱਥ ਕਰਕੇ ਇਸ ਨੂੰ ਮੰਗੋਗੇ। ਪੰਡਿਤ ਦੀ ਇਹ ਗੱਲ ਸੁਣ ਕੇ ਕੋਲ ਖੜ੍ਹੇ ਸਾਰੇ ਲੋਕਾਂ ਨੇ ਖਿੜਖੜਾ ਕੇ ਹੱਸਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਸਭ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਅਗਲੇ ਹੀ ਪਲ ਵਿੱਚ ਗੰਗਾ ਮਈਆ ਨੇ ਪ੍ਰਗਟ ਹੋ ਕੇ ਹੱਥ ਅੱਗੇ ਕਰ ਪੰਡਿਤ ਤੋਂ ਭਗਤ ਰਵਿਦਾਸ ਜੀ ਦੀ ਭੇਟਾ ਮੰਗੀ। ਸੋ ਇਸ ਘਟਨਾ ਨੇ ਸਾਨੂੰ ਇਹ ਮਹਾਨ ਉਪਦੇਸ਼ ਦਿੰਦੀ ਹੈ ਕਿ ਪਰਮਾਤਮਾ ਦੇ ਘਰ ਹੱਕ ਹਲਾਲ ਦੀ ਕਮਾਈ ਦੀ ਭੇਟਾ ਹੀ ਪ੍ਰਵਾਨ ਹੁੰਦੀ ਹੈ। ਬੇਈਮਾਨੀ ਦੀ ਕਮਾਈ ਵਿੱਚੋਂ ਚਾਹੇ ਕੋਈ ਜਿੰਨਾ ਮਰਜ਼ੀ ਦਾਨ ਪੁੰਨ ਕਰੀ ਜਾਵੇ ਉਹ ਪ੍ਰਵਾਨ ਨਹੀਂ ਹੁੰਦਾ। ਇੱਕ ਵਾਰ ਪੁਜਾਰੀਆਂ ਦੀ ਚੁੱਕਰਾਂ ਵਿੱਚ ਆ ਕੇ ਸਮੇਂ ਦੇ ਬਾਦਸ਼ਾਹ ਸਿਕੰਦਰ ਲੋਧੀ ਨੇ ਆਪ ਜੀ ਨੂੰ ਕੈਦ ਕਰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਔਰ ਉਸੇ ਰਾਤ ਬਾਦਸ਼ਾਹ ਨੂੰ ਅਜਿਹਾ ਭਿਆਨਕ ਅਤੇ ਡਰਾਉਣਾ
ਸੁਪਨਾ ਆਇਆ ਕਿ ਉਹ ਬੜਾ ਬਹਿਬਲ ਤੇ ਬੇਚੈਨ ਹੋਇਆ ਅਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਉਹ ਭੱਜਿਆ ਹੋਇਆ ਭਗਤ ਰਵਿਦਾਸ ਜੀ ਕੋਲ ਆਇਆ ਅਤੇ ਚਰਨਾਂ 'ਤੇ ਟਹਿ ਕੇ ਮਾਫ਼ੀ ਮੰਗਣ ਲੱਗਾ। ਉਸਨੇ ਆਪ ਜੀ ਨੂੰ ਇੱਕ ਹੀਰਿਆਂ ਜੜਿਆ ਕੀਮਤੀ ਦੁਸ਼ਾਲਾ ਭੇਟ ਕਰਕੇ ਵਿਧਵਾ ਕੀਤਾ। ਉਸਨੇ ਆਪ ਜੀ ਨੂੰ ਇੱਕ ਹੀਰਿਆਂ ਜੜਿਆ ਕੀਮਤੀ ਦੁਸ਼ਾਲਾ ਭੇਟ ਕਰਕੇ ਵਿਦਾ ਕੀਤਾ, ਪਰ ਮੋਹ ਮਾਇਆ ਤੋਂ ਪੂਰੀ ਤਰ੍ਹਾਂ ਨਲੇ ਹੋ ਚੁੱਕੇ ਭਗਤ ਰਵਿਦਾਸ ਜੀ ਨੇ ਉਹ ਕੀਮਤੀ ਦੁਸ਼ਾਲਾ ਗੰਗਾ ਵਿੱਚ ਸੁੱਟ ਦਿੱਤਾ। ਈਰਖਾਲੂ ਪੰਡਤਾਂ ਨੇ ਬਾਦਸ਼ਾਹ ਕੋਲ ਫਿਰ ਚੁਗਲੀ ਖਾਧੀ ਅਤੇ ਕਿਹਾ, ਰਵਿਦਾਸ ਨੇ ਤੁਹਾਡੀ ਦਿੱਤੀ ਕੀਮਤੀ ਭੇਟਾਂ ਨੂੰ ਗੰਗਾ ਵਿੱਚ ਸੁੱਟ ਕੇ ਉਸ ਦਾ ਨਿਰਾਦਰ ਕੀਤਾ ਹੈ। ਬਾਦਸ਼ਾਹ ਨੇ ਗੁੱਸੇ ਵਿੱਚ ਆ ਕੇ ਜਦੋਂ ਆਪ ਜੀ ਕੋਲੋਂ ਦੁਸ਼ਾਲੇ ਨੂੰ ਗੰਗਾ ਵਿੱਚ ਸੁੱਟਣ ਦਾ ਕਾਰਨ ਪੁੱਛਿਆ ਤਾਂ ਆਪ ਜੀ ਬਾਦਸ਼ਾਹ ਨੂੰ ਗੰਗਾ ਦੇ ਕਿਨਾਰੇ ਲੈ ਗਏ ਅਤੇ ਗੰਗਾ ਵਿੱਚੋਂ ਬਹੁਤ ਸਾਰੇ ਉਸ ਤੋਂ ਵੀ ਕੀਮਤੀ ਦੁਸ਼ਾਲੇ ਕੱਢ ਕੇ ਬਾਦਸ਼ਾਹ ਸਾਹਮਣੇ ਰੱਖ ਦਿੱਤੇ। ਇਹ ਦੇਖ ਕੇ ਬਾਦਸ਼ਾਹ ਬੜਾ ਸ਼ਰਮਿੰਦਾ ਹੋਇਆ ਅਤੇ ਆਪ ਜੀ ਦੇ ਚਰਨਾਂ 'ਤੇ ਟਹਿ ਕੇ ਮਾਫ਼ੀ ਮੰਗੀ। ਭਗਤ ਰਵਿਦਾਸ ਜੀ ਦੁਆਰਾ 16 ਰਾਗਾਂ ਵਿੱਚ ਉਚਾਰਨ ਕੀਤੇ ਹੋਏ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਆਪ ਜੀ ਨੇ ਆਪਣੀ ਬਾਣੀ ਵਿੱਚ ਮਾਨਵਿਕਤਾ, ਜਾਤ ਪਾਤ ਦਾ ਖੰਡਨ, ਨਿਮਰਤਾ, ਹਉਮੈ ਦਾ ਤਿਆਗ, ਗਿਆਨ ਦੀ ਪ੍ਰਾਪਤੀ, ਅਕਾਲ ਦੀ ਪੂਜਾ, ਧਰਮ ਦੀ ਕਿਰਤ, ਪਵਿੱਤਰ ਗ੍ਰਸਤੀ ਜੀਵਨ, ਸਾਧ ਸੰਗਤ ਦੀ ਮਹਾਨਤਾ, ਨਸ਼ਿਆਂ ਅਤੇ ਨਿੰਦਿਆ ਚੁਗਲੀ ਦਾ ਤਿਆਗ ਕਰਨ ਆਦਿ ਦੈਵੀ ਗੁਣਾਂ ਦਾ ਮਹਾਨ ਉਪਦੇਸ਼ ਦਿੱਤਾ ਹੈ। ਆਪ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਦੇ ਭਗਤ ਉਸੇ ਅਵਸਥਾ ਵਿੱਚ ਰਹਿੰਦੇ ਹਨ ਜਿੱਥੇ ਉਹਨਾਂ ਨੂੰ ਕੋਈ ਦੁੱਖ ਦਰਦ ਨਹੀਂ ਵਿਆਪਦਾ। ਆਪ ਜੀ ਦੇ ਵਚਨ ਹਨ, ਬੇਗਮਪੁਰਾ ਸ਼ਹਿਰ ਕਨੋ ਦੂਰ ਦੋ ਨਹੀਂ ਤੈ ਠਾਉ। ਗੁਰਮੁਖੋ, ਇਹ ਹੈ ਭਗਤਾਂ ਦਾ ਜੀਵਨ। ਹਾਲਾਂਕਿ ਕਹਿੰਦੇ ਨੇ ਵੀ ਵੱਡੀ ਅਵਸਥਾ ਵਾਲੇ, ਉੱਚੀ ਅਵਸਥਾ ਵਾਲੇ ਪਰਮਾਤਮਾ ਮਿਲ ਸਕਦੇ ਨੇ, ਨਿਚਲੀ ਅਵਸਥਾ ਵਾਲਿਆਂ ਨੂੰ ਲੋਕ ਹੀਨਤਾ ਨਾਲ ਦੇਖਦੇ ਨੇ। ਪਰ ਧੰਨ ਭਗਤ ਰਵਿਦਾਸ ਜੀ, ਜਿਨ੍ਹਾਂ ਨੇ ਭਗਤੀ ਕਰਕੇ ਇੱਕ ਵਾਹਿਗੁਰੂ ਨੂੰ ਆਪਣੀ ਵੱਲ ਆਪਣਾ ਬਣਾ ਲਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ 'ਚ ਟਹਿ ਕੇ ਆਪਣਾ ਜੀਵਨ ਸੁਧਾਰ ਲਿਆ। ਗੁਰਮੁਖੋ, ਉਹਨਾਂ ਅੱਗੇ ਉਹ ਚਮਾਰ ਭਗਤਾਂ ਅੱਗੇ ਸਾਰੀ ਦੁਨੀਆ ਝੁਕਦੀ ਆ। ਗੁਰਬਾਣੀ 'ਚ ਉਹਨਾਂ ਦਾ ਸਾਰਾ ਅਪਸ਼ਬਦ ਦਰਜ ਹਨ। ਸਾਰਾ ਸਿੱਖ ਜਗਤ ਉਹਨਾਂ ਦੇ ਸ਼ਬਦਾਂ ਨੂੰ, ਬਾਣੀ ਨੂੰ ਪੜ੍ਹ ਕੇ ਨਿਹਾਲ ਹੁੰਦਾ ਹੈ। ਗੁਰਮੁਖੋ, ਇਹ ਹੈ ਭਗਤਾਂ ਦਾ ਜੀਵਨ। ਜਿਨ੍ਹਾਂ ਨੇ ਕਮਾਈ ਕੀਤੀ ਹੋਵੇ ਪਰਮਾਤਮਾ ਦੀ, ਗੁਰਮੁਖੋ, ਜਿਹੜੀ ਕਮਾਈ ਕਰਦੇ ਨੇ ਉਹ ਆਪਣਾ ਸੰਸਾਰ ਲਈ ਉਪਦੇਸ਼ ਛੱਡ ਜਾਂਦੇ ਨੇ। ਸਭ ਨਾਵੇਂ ਅੱਗੇ ਆਉਣ ਨੂੰ ਆਏ, ਉਹਨਾਂ ਦੀ ਬਾਣੀ ਅੱਗੇ ਸਾਰੇ ਨਿਮਦੇ ਹਨ, ਮੱਥਾ ਟੇਕਦੇ ਨੇ। ਅਸੀਂ ਵੀ ਉਹਨਾਂ ਤੋਂ ਇੱਥੋਂ ਸ਼ਬਦ ਸਿੱਖੀਏ ਕਿ ਜਿਸ ਤਰ੍ਹਾਂ ਉਹਨਾਂ ਨੇ ਕਮਾਈ ਕੀਤੀ ਧਰਮ ਦੀ ਕਰਕੇ, ਨਾਮ ਬਣ ਜਪ ਕੇ ਆਪਣਾ ਜੀਵਨ ਸਫਲ ਕੀਤਾ, ਅਸੀਂ ਵੀ ਆਪਣਾ ਇਸ ਧਰਮ ਦੀ ਕਮਾਈ ਕਰਕੇ, ਦਸਵੰਧ ਕੱਢ ਕੇ, ਪਰਮਾਤਮਾ ਦੇ ਲੇਖੇ ਲਾ ਕੇ ਆਪਣਾ ਜੀਵਨ ਸਫਲ ਕਰੀਏ। ਧਰਮ ਦੀ ਕਮਾਈ ਵਿੱਚੋਂ ਵੀ ਦਸਵੰਧ ਕੱਢੀਏ ਔਰ ਕਮ ਸੇ ਕਮ ਦਸਵੰਧ ਟਾਈਮ ਦਾ ਵੀ ਕੱਢ ਕੇ ਨਾਮ ਬਾਣੀ ਜਪੀਏ। ਅੰਮ੍ਰਿਤ ਵੇਲੇ ਉੱਠੀਏ, ਫਿਰ ਇਸ਼ਨਾਨ ਕਰੀਏ, ਫਿਰ ਨਾਮ ਬਾਣੀ ਜਪੀਏ, ਗੁਰਬਾਣੀ ਪੜ੍ਹੀਏ, ਪੰਜਾਂ ਬਾਣੀ ਦਾ ਪਾਠ ਕਰੀਏ, ਸ਼ਾਮ ਨੂੰ ਰਹਿ ਰਸ ਕਰੀਏ, ਰਾਤ ਨੂੰ ਕੀਰਤਨ ਸੋਹਲਾ ਕਰੀਏ। ਉਹਨੂੰ ਇਹ ਜੀਵਨ ਬਤੀਤ ਕਰਨ ਲੱਗੇ। ਚੱਲਦਿਆਂ ਫਿਰਦਿਆਂ ਵਾਹਿਗੁਰੂ ਦਾ ਜਾਪ ਕਰੀਏ, ਫਿਰ ਸੰਸਾਰ 'ਤੇ ਆਇਆ ਸਾਡਾ ਜੀਵਨ ਸਫਲ ਹੁੰਦਾ ਹੈ। ਦਿਓ ਸੱਜਣ ਅਸੀਂ ਸੁਣੀਆਂ, ਜੋ ਹੋਵੇ ਸਾਹਿਬ ਸੁਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।